महला पहला। दुख दारू सुख रोग भया, जहाँ सुख ताम न होई। तू करता करना मैं नाही, जहाँ हों करी न होई। बलिहारी कुदरत वसिया, तेरा अंत न जाई लखिया। रहाओ जात में जोत, जोत में जाता। अकल कला भरपूर रहा, तू सच्चा साहिब सिफत सवालियो। जिन कीती सो पार पया, कहो नानक करते कियां बातां। जो कुछ करना सो कर रहा। महला दूजा। जोग शब्दं ज्ञान शब्दं, वेद शब्दं ब्राह्मणा। क्षत्रिय शब्दं सूर शब्दं, शूद्र शब्दं प्राकृता। सर्व शब्दं एक शब्दं, जे को जाने भयो। नानक ताका दास है, सोई निरंजन देयो। महला दूजा। एक कृष्णं सर्वदेवा, देव देवा तयात्मा। आत्मा वासुदेवस्य, जे को जाने भयो। नानक ताका दास है, सोई निरंजन देव। वाहिगुरु जी का खालसा, वाहिगुरु जी की फतेह। गुरु सवारी साध संगत जीओ, इस श्लोक ਦੀ ਵਿਚਾਰ ਕਰਨ ਤੋਂ ਪਹਿਲਾਂ ਆਪ ਜੀ ਦੇ ਨਾਲ ਇਹ ਵਿਚਾਰ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ ਕਿ ਇਹ ਸ਼ਲੋਕ ਆਸਾ ਕੀ ਵਾਰ ਵਿੱਚ ਹੈ, ਪਰ ਨਿਤਾ ਪ੍ਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਦਰ ਦੇ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਇਹਦਾ ਕੀਰਤਨ ਵੀ ਉਚਾਰਨ ਕੀਤਾ ਜਾਂਦਾ। ਆਸਾ ਕੀ ਵਾਰ ਵਿੱਚ ਵੀ ਸ਼ਲੋਕ ਆਇਆ ਹੈ, ਇੱਥੇ ਵੀ ਪਾਠ ਕੀਤਾ ਜਾਂਦਾ। ਪਰ ਕਈ ਵਾਰੀ ਕੀਰਤਨੀਆਂ ਨੂੰ, ਪਾਠੀਆਂ ਨੂੰ ਜਦੋਂ ਕਿਧਰੇ ਇਸ ਸ਼ਲੋਕ ਦੇ ਅਰਥ ਜਾਣਨ ਲਈ ਜਗਿਆਸਾ ਨਾਲ ਪੁੱਛਿਆ, ਉਹਨਾਂ ਵੱਲੋਂ ਨਿਰਾਸ਼ਤਾ ਹੋਈ। ਇਹਦੇ ਤੋਂ ਪ੍ਰਮਾਣ ਮਿਲਦਾ ਹੈ ਕਿ ਅਸੀਂ ਪੜ੍ਹਦੇ ਜ਼ਰੂਰ ਹਾਂ, ਪਰ ਅਸੀਂ ਬਾਣੀ ਦੇ ਅਰਥਾਂ ਵੱਲ ਧਿਆਨ ਘੱਟ ਦਿੰਦੇ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਹੋ ਸਕਦਾ ਹੈ ਜਿਹੜੇ ਵਿਚਾਰਵਾਨ ਨੇ ਉਹਨਾਂ ਨੂੰ ਪਤਾ ਵੀ। ਦਾਸ ਨੂੰ ਆਪ ਕਈ ਸਾਲਾਂ ਤੱਕ ਪਾਠ ਕਰਨ ਦੇ ਬਾਵਜੂਦ ਇਹਦੇ ਅਰਥਾਂ ਦਾ ਪਤਾ ਨਹੀਂ, ਪਰ ਹੌਲੀ ਹੌਲੀ ਜਦੋਂ ਗੁਰੂ ਨੇ ਕਿਰਪਾ ਕੀਤੀ, ਵਿਚਾਰ ਵਾਲਾ ਮਾਰਗ ਦਰਸਾਇਆ ਤੇ ਸਮਝ ਆਏ। ਕਿਉਂਕਿ ਜਿਹੜਾ ਪਹਿਲਾ ਅੱਖਰ ਹੈ ਦੁੱਖ ਦਾਰੂ ਸੁਖ ਰੋਗ ਭੈ, ਇਹਨੂੰ ਸਮਝਣਾ ਬੜਾ ਗੁੰਝਲਦਾਰ ਹੈ। ਕਿਉਂਕਿ ਹਰ ਬੰਦਾ ਚੌਂਕ ਜਾਂਦਾ ਹੈ, ਦੁੱਖ ਦਾਰੂ ਕਿਵੇਂ, ਸੁਖ ਰੋਗ ਕਿਵੇਂ। ਸੁਖ ਨੂੰ ਤੇ ਹਰ ਕੋਈ ਮੰਗਦਾ ਹੈ, ਸੁਖੋਂ ਲੋੜੇ ਸਭ ਕੋ, ਦੁੱਖ ਨਾ ਮੰਗੇ ਕੋਈ। ਸਾਰੇ ਸੰਸਾਰ ਦੇ ਅੰਦਰ ਸ਼ਾਇਦ ਕੋਈ ਐਸਾ ਵਿਅਕਤੀ ਮਿਲੇ ਜੋ ਆਖੇ ਮੈਨੂੰ ਦੁੱਖ ਚਾਹੀਦਾ। ਸਭ ਸੁੱਖ ਚਾਹੁੰਦੇ।
ਮੈਂ ਇੱਕ ਅਰਦਾਸੀਆ ਹੋਣ ਦੇ ਨਾਤੇ ਜਦੋਂ ਵੀ ਕਦੇ ਕਿਸੇ ਨੇ ਅਰਦਾਸ ਕਰਾਈ ਹੈ ਸੁੱਖ ਲਈ ਕਰਾਈ, ਦੁੱਖ ਲਈ ਨਹੀਂ ਕਰਾਈ। ਪਰ ਬਾਬਾ ਨਾਨਕ ਜੀ ਦਾ ਜਿਹੜਾ ਇਹ ਕਥਨ ਹੈ, ਇਹਦੀ ਰਮਜ਼, ਇਹਦੀ ਡੂੰਘਾਈ ਕਦੋਂ ਸਮਝ ਆਵੇ? ਜਦੋਂ ਅਸੀਂ ਬਾਣੀ ਵਿੱਚ ਓਤ-ਪੋਤ ਹੋਵਾਂ। ਜਪਜੀ ਸਾਹਿਬ ਦੇ ਅਰਥ ਕਰਦਿਆਂ ਇੱਕ ਪੰਕਤੀ ਆਈ, ਕੀਤਿਆਂ ਦੁੱਖ ਭੂਖ ਸਦ ਮਾਰ। ਇਹਦਾ ਅਰਥ ਹੈ ਕੁਝ ਐਸੇ ਹਨ ਜਿਨ੍ਹਾਂ ਨੂੰ ਹਰ ਵੇਲੇ ਦੁੱਖ ਚੰਬੜੇ ਹੋਏ ਨੇ, ਹਰ ਵੇਲੇ ਭੁੱਖ ਚੰਬੜੀ ਹੋਈ ਹੈ, ਔਰ ਕਈਆਂ ਨੂੰ ਹਰ ਵੇਲੇ ਮਾਰ ਪੈਂਦੀ ਹੈ, ਦੁੱਖ ਮਿਲਦਾ। ਪਰ ਅਗਲੀ ਪੰਕਤੀ ਜਿਹੜੀ ਹੈ, ਇਹ ਪੇ ਦਾਤ ਤੇਰੀ ਦਾਤਾਰ, ਇਹ ਪੜ੍ਹ ਕੇ ਹੋਰ ਅਚੰਭਾ ਹੋ ਗਈ ਵੀ ਇਹ ਦੁੱਖ ਦਾਤ ਕਿਵੇਂ ਬਣ ਗਿਆ। ਇਹਨੂੰ ਮਹਾਰਾਜ ਨੇ ਇਹ ਦਾਤ ਕਿਹਾ ਹੈ। ਦੁੱਖ ਕੋਈ ਚਾਹੁੰਦਾ ਨਹੀਂ, ਸੁੱਖ ਸਾਰੇ ਚਾਹੁੰਦੇ ਨੇ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਦੁੱਖ ਵੀ ਉਹਦੀ ਦਾਤ। ਦਾਸ, ਜਿਵੇਂ ਕਿਸੇ ਟੀਚਰ ਨੂੰ ਕਲਾਸ ਵਿੱਚ ਪੜ੍ਹਾਉਣਾ ਹੋਵੇ ਤੇ ਪੜ੍ਹਾਉਣ ਤੋਂ ਪਹਿਲਾਂ ਉਹ ਫਿਰ ਥੋੜ੍ਹੀ ਤਿਆਰੀ ਤੇ ਕਰਦਾ, ਭਈ ਮੈਂ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਹੋਣਾ, ਪੜ੍ਹਾਉਣਾ, ਤੇ ਮੈਨੂੰ ਇਸ ਗੁੰਝਲ ਦਾ ਪਤਾ ਹੋਣਾ ਚਾਹੀਦਾ। ਦਾਸ ਵੀ ਇਸ ਯਤਨ ਵਿੱਚ ਲੱਗੇ। ਤੋ ਯਤਨ ਕਰਦਿਆਂ ਕਰਦਿਆਂ ਗੁਰੂ ਦੀ ਕਿਰਪਾ ਹੋਈ, ਸਮਝ ਆਈ ਵੀ ਦੁੱਖ ਨੂੰ ਮਹਾਰਾਜ ਨੇ ਦਾਤ ਕਿਉਂ ਕਿਹਾ। ਹੁੰਦਾ ਕੀ ਹੈ ਕਿ ਆਮ ਤੌਰ ਤੇ ਜਦੋਂ ਕਿਸੇ ਬੰਦੇ ਨੂੰ ਸੁੱਖ ਸਾਧਨ ਮਿਲ ਜਾਣ, ਚੰਗੀ ਜ਼ਮੀਨ ਹੋਵੇ, ਚੰਗੀ ਜਾਇਦਾਦ ਹੋਵੇ, ਚੰਗੀ ਕੋਠੀ ਹੋਵੇ, ਚੰਗੀ ਕਾਰ ਹੋਵੇ, ਇਹਨਾਂ ਨੂੰ ਅਸੀਂ ਸੁੱਖ ਦੇ ਸਾਧਨ ਸਮਝਦੇ, ਤੇ ਬੰਦੇ ਰੱਬ ਨੂੰ ਭੁੱਲ ਜਾਂਦੇ। ਤੇ ਜਦੋਂ ਫਿਰ ਕੋਈ ਪੀੜਾ ਬਣ ਜਾਏ, ਕੋਈ ਪੀੜਾ ਆ ਜਾਏ, ਕੋਈ ਦੁੱਖ ਆ ਜਾਏ, ਫਿਰ ਉਹ ਵੀ ਜਿਹੜੇ ਭੁੱਲੇ ਹੁੰਦੇ ਨੇ ਉਹ ਵੀ ਰੱਬ ਰੱਬ ਕਰਨ ਲੱਗ ਪੈਂਦੇ। ਉਹ ਵੀ ਫਿਰ ਕੁਝ ਤਾਂ ਗੁਰੂ ਘਰ ਵਿੱਚ ਆ ਕੇ ਸਿੱਧੇ ਰਸਤੇ ਪੈਂਦੇ ਨੇ, ਤੇ ਕਈ ਫਿਰ ਜੰਤਰਾਂ ਮੰਤਰਾਂ ਤੇ ਟੂਣਿਆਂ ਵਾਲਿਆਂ ਕੋਲ ਤੁਰੇ ਫਿਰਦੇ। ਹਾਲਾਂਕਿ ਉਹਨਾਂ ਜੰਤਰਾਂ ਮੰਤਰਾਂ ਵਾਲਿਆਂ ਕੋਲ ਕੱਖ ਨਹੀਂ, ਉਹ ਆਪ ਦੁਖੀ ਨੇ, ਪੈਸੇ ਪੈਸੇ ਪਿੱਛੇ, ਲੋਕਾਂ ਦੇ ਪਿੱਛੇ ਫਿਰਦੇ ਨੇ, ਉਹਨਾਂ ਕਿੱਥੋਂ ਸੁੱਖ ਦੇਣ। ਪਰ ਲੋਕ ਜਾਂਦੇ ਨੇ। ਗੱਲ ਕੀ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਣੀ ਵਿੱਚ ਤੱਤ ਕੱਢ ਦਿੱਤਾ, ਹੌਲੀ ਹੌਲੀ ਸਮਝ ਆਉਣ ਲੱਗ ਪਈ ਭਈ ਵਾਕਈ ਗੁਰੂ ਨਾਨਕ ਪਾਤਸ਼ਾਹ ਨੇ ਜੋ ਮਹਾਨ ਬਾਤ ਕਹੀ ਹੈ, ਇਹ 16 ਆਨੇ ਠੀਕ ਹੈ। ਤੋ ਇਸ ਸ਼ਲੋਕ ਦੀ ਪਹਿਲੀ ਪੰਕਤੀ ਇਹ ਹੋਈ ਹੈ, ਦੁੱਖ ਦਾਰੂ ਸੁਖ ਰੋਗ ਭਇਆ। ਇਹ ਜਿਹੜਾ ਦੁੱਖ ਹੈ ਦਾਰੂ ਹੈ। ਦਾਰੂ ਸਾਡੇ ਆਮ ਠੇਠ ਪੰਜਾਬੀ ਵਿੱਚ ਦਵਾਈ ਲਈ ਵਰਤੇ ਨੇ। ਕਈ ਲੋਕ ਦਾਰੂ ਸ਼ਰਾਬ ਨੂੰ ਕਹਿੰਦੇ ਨੇ, ਪਰ ਨਹੀਂ, ਇਹ ਉਹੋ ਹੀ ਜਿਹੜਾ ਠੇਠ ਪੰਜਾਬੀ ਵਿੱਚ ਦਾਰੂ ਕਿਹਾ ਜਾਂਦਾ, ਕੋਈ ਦਵਾ ਦਾਰੂ ਕਰ ਲਓ, ਮੈਂ ਦਾਰੂ ਲੈ ਕੇ ਆਇਆ, ਇਹ ਆਮ ਪ੍ਰਚਲਿਤ ਹੈ। ਮਹਾਰਾਜ ਕਹਿੰਦੇ ਨੇ ਦੁੱਖ ਦਾਰੂ, ਇਹ ਜਿਹੜਾ ਦੁੱਖ ਹੈ ਇਹ ਦਾਰੂ ਹੈ। ਸੁਖ ਰੋਗ ਭਇਆ, ਤੇ ਜਿਹੜਾ ਸੁੱਖ ਹੈ ਇਹ ਰੋਗਾਂ ਦਾ ਜਨਮਦਾਤਾ। ਰੱਬ ਭੁੱਲ ਜਾਂਦਾ, ਜਾਂ ਸੁਖ ਤਾਮ ਨਾ ਹੋਈ। ਹੇ ਵਾਹਿਗੁਰੂ, ਜਦੋਂ ਬੰਦੇ ਨੂੰ ਸੁੱਖ ਮਿਲਦਾ ਤਦੋਂ ਤੇਰੀ ਯਾਦ ਭੁੱਲ ਜਾਂਦੀ। ਬੰਦਾ ਹੰਕਾਰੀ ਹੋ ਜਾਂਦਾ, ਵਿਕਾਰੀ ਹੋ ਜਾਂਦਾ, ਇਹ ਕਹਿਣ ਲੱਗ ਪੈਂਦਾ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ,
मैं किसी नूं की समझदा हाँ, बस मेरे ख्याल विच ये नुकता होर बहुता चर्चा नहीं करनी चाहिए। जे समझ आ जाए तो बड़ी मौज लगती। गुरु नानक देव पातशाह कहते, हे अकाल पुरख जी, दुख दारू सुख रोग भया, ਜਾਂ ਸੁਖ ਤਾਮ ਨਾ ਹੋਈ। ਜਦੋਂ ਬੰਦੇ ਕੋਲ ਸੁੱਖ ਹੁੰਦੇ ਨੇ ਉਦੋਂ ਤੇਰੀ ਯਾਦ ਭੁੱਲ ਜਾਂਦੀ। ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਂ ਹਉ ਕਰੀ ਨਾ ਹੋਈ। ਆਖਿਆ ਹੁਣ ਮੈਨੂੰ ਗੁਰੂ ਕਿਰਪਾ ਨਾਲ ਸਮਝ ਆਈ, ਤੂੰ ਕਰਤਾ ਹੈ, ਕਰਨ ਵਾਲਾ, तू करनहार है, मैं ना ही, मैं कुछ भी नहीं। जां हों करी ना होई। जे मैं आखां कि मैं कुछ करांगा, मेरे कीतियां कुछ हुंदा ही नहीं, मेरी ते कोई समर्था ही नहीं हैगी, मेरे वस विच कुछ है ही नहीं। कितनी हौमे नूं तोड़न दा वधिया तरीका विचार तो बिना नहीं समझ आ सकता। दुख दारू सुख रोग भया, जां सुख ताम ना होई। ये गल अपने ते टुका के वेखो, अपने नेड़े तेड़े वेखो, तुहानूं पता लग जाएगा कि जदों किसी नूं दुख घेरदे ने फिर उन्होंने परमेश्वर याद होता है। तो कच्ची बाणी पर किसी महापुरुष ने कहा, दुख में सब सिमरन करे, सुख में करे न कोए। जे सुख में सिमरन करे, दुख काहे को होए। जे सुख विच भी बंदा सिमरन करता रहे ते महापुरुष कहते दुख हुंदा ही। तू करता करना मैं नाई। हे वाहिगुरु, तू है करता करन वाला, इहदा विश्राम है। तू करता करना मैं नाही, मेरी कोई समर्था नहीं। जां हों करी ना होई। जे मैं कुछ कहाँ भी मैं करांगा, मेरे कीतियां कुछ हुंदा ही। जे मैं अपने आप नूं कुछ समझ बैठा कि मैं भी कुछ कर सकता। बड़ी सिक्ख्या मिलती गुरु रामदास जी दे उस शब्द, कीता करना सर्ब रजाई, किछ कीचै जे कर सकीए। अपना कीता किछू ना होवै, ज्यों हर भावै त्यों रखीए। मेरे हर जियो सबको तेरे वस, असां जोर नहीं जे किच कर हम सक। ज्यों भावै तिवै बख्श। ये भावना बनाई। इस पंक्ति नूं फिर विचारना पवे। दुख दारू सुख रोग भया, जां सुख ताम ना होई। तू करता करना मैं नाही, जाहूं करी ना होई। बलिहारी कुदरत वसिया। हे अपनी कुदरत विच वसे हुए कादर, मैं तेरे तो बलिहार जान, वार नहीं जान। तेरा अंत न जाई लखिया। तेरा अंत जानिया नहीं जा सकता, तेरा अंत कोई पा नहीं सकता। रहा हो जात में जोत, जोत में जाता। जात का मतलब जो कुछ भी तू सृष्टि ते बनाया, जिहड़ा जिहड़ा जीव तू पैदा किया, ਉਹਦੇ ਵਿੱਚ तू अपनी जोत रख ਦਿੱਤੀ। कमाल की गल। कीड़ी भी साढ़े सामने है, मच्छर भी साढ़े सामने है, हाथी भी घोड़ा भी साढ़े सामने, बंदे भी साढ़े सामने। आख्या जात में जोत,
ਜੋਤ ਮੈਂ ਜਾਤਾ। ਹਰ ਜਗ੍ਹਾ ਤੇ ਤੁਸੀਂ ਵਿਆਪਕ। ਅਕਲ ਕਲਾ, ਹੁਣ ਅਕਲ ਕਲਾ ਕਿਸੇ ਵਿਦਵਾਨ ਨੇ ਤੇ ਕਿਹਾ ਬਈ ਉਹਦਾ ਖੰਡਨ ਨਹੀਂ ਕੀਤਾ ਜਾ ਸਕਦਾ, ਪਰ ਜੋ ਅਰਥ ਸ਼ੁਰੂ ਤੋਂ ਸੁਣਦੇ ਆਏ ਹਾਂ, ਕਲ ਮੈਨਾਂ ਹੁੰਦਾ ਹੈ ਬਨਾਵਟ, ਕਲਾ। ਅਕਲ ਦਾ ਮਤਲਬ ਹੈ ਬਨਾਵਟ ਤੋਂ ਰਹਿਤ। ਅਕਲ ਕਲਾ ਭਰਪੂਰ ਰਿਹਾ। ਹੇ ਬਨਾਵਟ ਤੋਂ ਰਹਿਤ ਪਰਮਾਤਮਾ, ਤੁਹਾਡੀ ਆਪਣੀ ਕਲਾ ਕਰਕੇ ਤੁਸੀਂ ਭਰਪੂਰ ਹੋ, ਹਰ ਜ਼ਰੇ ਜ਼ਰੇ ਵਿੱਚ ਵਿਆਪਕ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ, ਤੂੰ ਸੱਚਾ ਸਾਹਿਬ, ਸਦਾ ਕਾਇਮ ਰਹਿਣ ਵਾਲਾ ਮਾਲਕ। ਸਿਫਤ ਸਵਾਲਿਓ, ਤੇਰੀ ਸੋਹਣੀ ਸਿਫਤ ਜਿਨ ਕੀਤੀ ਸੋ ਪਾਰ ਪਿਆ। ਜਿੰਦੇ ਨੰਨੇ ਨੂੰ ਸਿਆਰੀ ਜਿਨ੍ਹਾਂ ਨੇ ਕੀਤੀ, ਜਿਸ ਨੇ ਕੀਤੀ ਸੋ ਪਾਰ ਪਿਆ। ਉਹ ਤੁਹਾਡੀ ਸਿਫਤ ਸਲਾਹ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਲਿਖਿਆ ਬਾਤਾਂ ਹੈ ਪਰ ਇਹਨੂੰ ਬਿੰਦਾ ਲਾ ਕੇ ਬਾਤਾਂ ਪੜ੍ਹਨਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਭਾਈ ਇਹ ਸਾਰਾ ਸੰਸਾਰ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਅੰਦਰ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੇ ਜੇ ਬੁਝੈ, ਤਾਂ ਹੋਮੈ ਕਹਿ ਨ ਕੋਈ। ਤੋ ਪਾਤਸ਼ਾਹ ਨੇ ਇੱਕ ਹੋਰ ਬੜੀ ਮਹਾਨ ਗੱਲ ਸਾਨੂੰ ਸਮਝਾਉਣ ਦੀ ਕਿਰਪਾ। ਮਹਿਲਾ ਦੂਜਾ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤਾ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ। ਨਾਨਕਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਭਾਵੇਂ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਵੀ ਇਹ ਸ਼ਲੋਕ ਹੈ, ਪਰ ਉਹਦੇ ਵਿੱਚ ਇਹਦੇ ਥੋੜ੍ਹਾ ਜਿਹਾ ਅੰਤਰ ਹੈ। ਪਹਿਲਾਂ ਅਸੀਂ ਅੱਖਰੀ ਅਰਥ ਕਰਦੇ ਹਾਂ। ਗੁਰਬਾਣੀ ਦਾ ਇਹ ਤਰੀਕਾ ਹੈ ਕਿ ਜਿਹੜੇ ਪ੍ਰਚਲਿਤ ਢੰਗ ਨੇ, ਪਹਿਲਾਂ ਉਹਨਾਂ ਨੂੰ ਬਿਆਨ ਕੀਤਾ ਜਾਂਦਾ। ਜੋ ਮਨੂ ਸਿਮਰਤੀ ਦੇ ਮੁਤਾਬਕ ਜਾਂ ਸਨਾਤਨ ਮਤ ਦੇ ਮੁਤਾਬਕ ਉਹਨਾਂ ਨੇ ਇਹ 4 ਵਰਨ ਬਣਾਏ ਅਤੇ ਇਹਨਾਂ ਵਰਨਾਂ ਦੇ ਵੱਖ-ਵੱਖ ਕਰਮ ਧਰਮ ਲਿਖੇ ਨੇ। ਜੋਗੀਆਂ ਦਾ ਧਰਮ, ਇੱਥੇ ਸ਼ਬਦੰਗ ਅੱਖਰ ਜਿਹੜਾ ਇਹਨੂੰ ਸਮਝਣਾ, ਇਹ ਹੈ ਧਰਮ। ਜੋਗੀਆਂ ਦਾ ਧਰਮ, ਜੋਗੀਆਂ ਦੀ ਡਿਊਟੀ ਇਹ ਹੈ ਕਿ ਗਿਆਨ ਪ੍ਰਾਪਤ ਕਰ। ਬ੍ਰਾਹਮਣਾਂ ਦਾ ਧਰਮ ਵੇਦਾਂ ਨੂੰ ਪੜ੍ਹਨਾ, ਪੜ੍ਹਾਉਣਾ, ਗਿਆਨ ਦੇਣਾ। ਇਹਨੂੰ ਬ੍ਰਾਹਮਣ ਨਹੀਂ ਕਰਨਾ, ਇਹ ਜਦਾ ਹਾਹਾ ਮੁਕਤ ਹੈ ਬ੍ਰਾਹਮਣਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ। ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀਆਂ ਦਾ ਧਰਮ ਸੂਰਮ ਗਤੀ ਕਰਨਾ। ਸ਼ੂਦਰ ਸ਼ਬਦੰ ਪ੍ਰਾਕ੍ਰਿਤਾ, ਜਿਹੜੇ ਸ਼ੂਦਰ ਨੇ ਉਹਨਾਂ ਦਾ ਧਰਮ ਮਿਥਿਆ ਗਿਆ ਪ੍ਰਾਕ੍ਰਿਤਾ, ਪਰਾਈ ਕਿਰਤ ਕਰਨੀ, ਦੂਜਿਆਂ ਦੀ ਸੇਵਾ। ਹੁਣ ਗੁਰੂ ਪਾਤਸ਼ਾਹ ਆਪਣਾ ਫੈਸਲਾ ਦਿੰਦੇ, ਭਾਈ ਇਹ ਉਹਨਾਂ ਦੇ ਵਿਚਾਰ ਹੋਣਗੇ, ਸਾਡੇ ਵਿਚਾਰ ਨਾਲ। ਸਰਬ ਸ਼ਬਦੰ ਏਕ ਸ਼ਬਦੰ, ਸਾਰੇ ਲੋਕਾਂ ਦਾ ਧਰਮ ਇੱਕ ਹੈ, ਉਹ ਹੈ ਪਰਮਾਤਮਾ ਦਾ ਨਾਮ ਜਪਣਾ। ਜੇ ਕੋ ਜਾਣੈ ਭੇਉ, ਜੇ ਕੋਈ ਇਸ ਭੇਦ ਨੂੰ ਸਮਝ ਲਵੇ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਨਾਨਕ ਜੀ ਕਹਿੰਦੇ ਨੇ ਮੈਂ ਉਸ ਦਾ ਸੇਵਕ ਹਾਂ ਔਰ ਉਹ ਪਰਮਾਤਮਾ ਦਾ ਰੂਪ ਹੈ। ਇਸੇ ਤਰ੍ਹਾਂ ਨਾਲ ਲੱਗਦੇ ਹੀ ਇੱਕ ਹੋਰ ਸ਼ਲੋਕ ਹੈ, ਮਹਿਲਾ ਦੂਜਾ, ਏਕ ਕ੍ਰਿਸ਼ਨ ਸਰਬ ਦੇਵਾ। ਹੁਣ ਕ੍ਰਿਸ਼ਨ ਸ਼ਬਦ ਆਉਂਦਿਆਂ ਸਾਰ ਲੋਕ ਕਹਿੰਦੇ ਕ੍ਰਿਸ਼ਨ ਜੀ ਦੀ ਗੱਲ ਹੈ। ਨਹੀਂ ਭਾਈ, ਪਰਮਾਤਮਾ ਦੀ ਗੱਲ ਹੈ।
ਉਹ ਪਰਮਾਤਮਾ ਜਿਹੜਾ ਸਭ ਦੇ ਅੰਦਰੋਂ ਜਾਨ ਖਿੱਚ ਲੈਣ ਵਾਲਾ, ਕਈ ਅਰਥ ਇਹਦੇ ਕੀਤੇ ਨੇ। ਏਕ ਕ੍ਰਿਸ਼ਨ ਸਰਬ ਦੇਵਾ, ਉਹ ਸਭ ਦੇ ਅੰਦਰ ਪ੍ਰਕਾਸ਼ ਰੂਪ ਹੈ। ਦੇਵ ਦੇਵਾ ਤਾਂ ਆਤਮਾ, ਦੇਵਤਿਆਂ ਦੀ ਆਤਮਾ, ਦੇਵਤਿਆਂ ਦਾ ਵੀ ਪ੍ਰਕਾਸ਼ ਰੂਪ ਹੋਈ, ਔਰ ਆਤਮਾ ਵੀ ਹੋਈ ਹੈ। ਆਤਮਾ ਬਾਸ ਤੇ ਵਸਿਆ, ਜੇ ਕੋ ਜਾਣੇ ਭਿਓ, ਉਹੀ ਪਰਮਾਤਮਾ ਆਤਮਾ ਰੂਪ ਬਣ ਕੇ ਸਭ ਦੇ ਅੰਦਰ ਵਸਿਆ ਹੋਇਆ। ਜੇ ਕੋਈ ਇਸ ਭੇਦ ਨੂੰ ਜਾਣ ਲਵੇ, ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦੇਓ। ਇੱਥੇ ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ, ਦਾਸ ਤੇ ਸੱਚੇ ਨੂੰ ਵੀ ਔਂਕੜ ਹੈ। ਇੱਥੇ ਰੁਕਣਾ ਨਹੀਂ। ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦੇਓ। ਤਾਂ ਗੁਰੂ ਦੀ ਗੱਲ ਬੜੀ ਗੈਰ ਗੰਭੀਰ ਹੈ, ਬੜੀ ਡੂੰਘੀ ਹੈ। ਇਹਨੂੰ ਖੋਲ੍ਹਣ ਵਾਸਤੇ ਬੜਾ ਸਮਾਂ ਚਾਹੀਦਾ। ਤਾਂ ਜਿੰਨੀ ਗੁਰੂ ਨੇ ਮੱਤ ਦਿੱਤੀ ਹੈ, ਉਹਦੇ ਆਖਰੀ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।